अगर विकास होया हुंदा ਤਾਂ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਜਿਹੜੇ ਹੋ ਗਏ। ਮਲੋਟ ਆਊਟ ਆਫ ਪਿਕਚਰ, ਲੰਬੀ ਆਊਟ ਆਫ ਪਿਕਚਰ, ਮੁਕਤਸਰ ਆਊਟ ਆਫ ਪਿਕਚਰ, ਗਿੱਦੜਵਾ ਹੋਰ ਹਫਤੇ 10 ਦਿਨ ਬਿਲਕੁਲ ਆਊਟ ਆਫ ਪਿਕਚਰ ਹੋ ਜੂਗੀ। ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਲ ਪਹਿਲਾਂ ਮੈਨੂੰ ਇੰਟੀਮੇਟ ਕਰਤਾ ਸੀ ਵੀ ਡਿੰਪੀ ਤਕੜਾ ਹੋ ਜਾ, ਤੂੰ ਇਲੈਕਸ਼ਨ ਲੜਨਾ, ਹੁਣੇ ਤੋਂ ਕੰਮ ਲੱਗ ਜਾ। ਤੇ ਸਾਲ ਹੋ ਗਿਆ ਸਾਨੂੰ ਬਾਈ ਜੀ ਪੂਰਾ, ਮਤਲਬ ਕਿ ਫੁੱਲ ਸਪੀਡ ਤੇ ਲੱਗਿਆ ਨੂੰ। ਉਹ ਹਾਰ ਵਿਖਦੀ ਹੈ ਨਾ ਜੀ ਕਿਸੇ ਚੀਜ਼ 'ਚ, ਫਿਰ ਇਹ ਆਪੇ ਤੋਂ ਬਾਹਰ ਹੋ ਜਾਂਦੇ ਆ। ਇਹ ਫਿਰ ਆਪਦੀ ਭਾਸ਼ਾ ਦੀ ਮਰਿਆਦਾ ਭੁੱਲ ਜਾਂਦੇ ਆ। ਅਗਰ ਜਾਖੜ ਸਾਹਿਬ ਨੂੰ ਤੁਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਸਕਦੇ ਹੋ, ਇੱਕ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੇ ਹੋ, ਤੇ ਫਿਰ ਸੀਐਮ ਬਣਾਉਣ 'ਚ ਕੀ ਹੱਦ ਸੀ? ਪੰਜ ਇੱਕ ਚੀਜ਼ ਜੱਜੀ ਵੀ ਸੀ ਵੀ ਜਾਖੜ ਨੂੰ ਸੀਐਮ ਬਣਾਉਣਾ ਹੀ ਨਹੀਂ, ਫਿਰ ਵੋਟਾਂ ਹੀ ਪਵਾਈਆਂ। ਦੇਖੋ ਚੰਨੀ ਸਾਹਿਬ ਕਿਸੇ ਰੇਸ 'ਚ ਨਹੀਂ ਸੀ, ਇਹਨਾਂ ਨੂੰ ਤਾਂ ਵੋਟਾਂ ਹੀ ਨਹੀਂ ਪਈਆਂ, ਆਪਦੀ ਪਾਰਟੀ ਨੂੰ ਆਪ ਹੀ ਖਰਾਬ ਕਰੀ ਜਾਂਦੇ। ਮੇਰਾ ਸਾਰੇ ਨਾਲ ਹੀ ਬਹੁਤ ਪਿਆਰ ਆ ਜੀ। ਓਮ ਪ੍ਰਕਾਸ਼ ਬੱਬਰ ਸਾਹਿਬ ਵੀ ਮੇਰੀ ਬੜੀ ਮਦਦ ਕਰਦੇ ਪਏ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਾਰੇ ਨਾਲ ਹੀ ਮੇਰਾ ਪਿਆਰ ਆ। ਸ਼ਹਿਰ ਦੇ ਵਿੱਚ ਨਾ ਜੀ ਪਾਰਟੀ ਤੋਂ ਉੱਪਰ ਉੱਠ ਕੇ ਮੇਰਾ ਨਿੱਜੀ ਬਹੁਤ ਪਿਆਰ ਆ, ਤੇ ਮੈਨੂੰ ਨਹੀਂ ਮਤਲਬ ਕਿ ਲੱਗਦਾ ਵੀ ਮੇਰੀ ਵੋਟ ਉੱਠ ਕੇ ਕਿਸੇ ਨੂੰ ਨਹੀਂ ਜਾਊ। ਉਹ ਮੇਰੇ ਨਾਲ ਬੱਚੀ ਵੀ ਹੈ, ਪਾਰਟੀ ਤੋਂ ਉੱਪਰ ਉੱਠ ਕੇ ਮੇਰੇ ਨਾਲ ਬੱਚੀ ਵੀ ਹੈ। ਸਾਡਾ ਹਲਕਾ ਬਿਲਕੁਲ ਸਾਫ਼ ਸੁਥਰਾ ਸੀ, ਤੁਸੀਂ ਜਿਹਨੂੰ ਮਰਜ਼ੀ ਪੁੱਛ ਲਿਓ। 4 ਸਾਲ ਪਹਿਲਾਂ ਕੋਈ ਨਸ਼ਾ ਨਹੀਂ ਸੀ। ਮੇਰੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਊਗੀ ਅੱਜ ਸਾਡੇ ਗਲੀ ਦੇ ਵਿੱਚ ਨਸ਼ਾ। ਤੁਹਾਡੇ ਰਾਜ ਦੇ ਵਿੱਚ ਬੇਅਦਬੀ ਹੋਈ ਹੈ ਨਾ, ਤੇ ਘਟਨਾ ਬਰਗਾੜੀ ਵਾਲੀ ਵੀ ਹੋਈ, ਤਾਂ ਤੁਹਾਨੂੰ ਨਹੀਂ ਲੱਗਦਾ ਕਿਤੇ ਸਿਆਸੀ ਮੁੱਦਾ ਹੀ ਬਣ ਗਿਆ ਇਹ, ਤੇ ਇਹਦਾ ਜੇ ਅਕਾਲੀ ਦਲ ਸਰਕਾਰ ਆਉਂਦੀ ਹੈ ਤਾਂ ਪਹਿਲ ਦੇ ਆਧਾਰ ਤੇ ਹੱਲ ਹੋਊ? ਭਾਈ ਸਾਹਿਬ ਅਸੀਂ ਅਕਾਲੀ ਦਲ ਵਾਲੇ ਤਾਂ ਰੱਬ ਤੋਂ ਡਰਨ ਵਾਲੇ ਬੰਦੇ ਆ। ਸਾਡਾ ਤਾਂ ਪੰਥ ਸ਼ੁਰੂ ਹੀ ਧਰਮ ਤੋਂ ਹੁੰਦਾ। ਉਦੋਂ ਤੱਕ ਸਿਆਸਤ ਦੇ ਵਿੱਚ ਰਹੂੰਗਾ, ਤੁਹਾਡਾ ਨਿਮਾਣਾ ਸੇਵਕ ਬਣ ਕੇ, ਤੁਹਾਡੇ ਚਰਨਾਂ ਦੀ ਧੂੜ ਬਣ ਕੇ ਸੇਵਾ ਕਰੂੰਗਾ, ਕਦੇ ਹੰਕਾਰ ਨਹੀਂ ਲੈ ਕੇ ਆਊਂਗਾ। ਗਿੱਦੜਬਾਹਾ ਦੀ ਗੱਲ ਕਰੀਏ ਤਾਂ ਪੰਜਾਬ ਦੀ ਇੱਕ ਹੌਟ ਸੀਟ ਬਣੀ ਹੋਈ ਹੈ। ਇੱਕ ਪਾਸੇ ਟਰਾਂਸਪੋਰਟ ਮੰਤਰੀ ਹੈ ਤੇ ਦੂਜੇ ਪਾਸੇ ਟਰਾਂਸਪੋਰਟਰ ਵੀ ਆ। ਤਾਂ ਸਾਡੇ ਨਾਲ ਅੱਜ ਬਾਈ ਹਰਦੀਪ ਸਿੰਘ ਡੈਂਪੀ ਢਿੱਲੋਂ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿੰਨਾ ਜਿਹੜਾ ਇਸ ਵਕਤ ਪਿੰਡਾਂ ਦੇ ਵਿੱਚ ਮਾਹੌਲ ਤੁਸੀਂ ਦੇਖਦੇ ਹੋ? ਅਕਾਲੀ ਦਲ ਦੀ ਗੱਲ ਕਰੀਏ ਤਾਂ ਕਿੱਥੇ ਜੱਪ ਕਰਦਾ ਅਕਾਲੀ ਦਲ ਇਸ ਵਕਤ? ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਮਾਹੌਲ ਆ ਜੀ। ਦਿਨੋਂ ਦਿਨ ਸਾਡਾ ਪਰਿਵਾਰ ਵੱਡਾ ਹੋ ਰਿਹਾ, ਬੜੇ ਲੋਕ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ। ਪੁਰਾਣੇ ਜਿਹੜੇ 70 ਸਾਲੇ 65 ਸਾਲ ਦੇ, ਜਿਨ੍ਹਾਂ ਨੇ ਕਦੇ ਕਾਂਗਰਸ ਤੋਂ ਬਿਨਾਂ ਵੋਟ ਹੀ ਨਹੀਂ ਪਾਈ, ਉਹ ਲੋਕ, ਐਸੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਇੰਨੇ ਪੁਰਾਣੇ ਕਾਂਗਰਸੀ ਬੰਦਾ ਛੇਤੀ ਕਿਤੇ ਆਪਦੀ ਪਾਰਟੀ ਨਹੀਂ ਛੱਡਦਾ, ਵੀ ਤੁਸੀਂ ਕੀ ਇਹੋ ਜਿਹਾ ਕਾਰਨ ਬਣਿਆ ਵੀ ਤੁਹਾਡਾ ਰਾਜ ਵੀ ਰਿਹਾ ਹੁਣ 5 ਸਾਲ, ਤੁਹਾਡੇ ਵਜ਼ੀਰ ਵੀ ਰਹੇ ਆ ਆਪਣਾ 3-3.5 ਮਹੀਨੇ, ਤੇ ਹੁਣ ਤੁਸੀਂ ਕਿਉਂ ਪਾਰਟੀ ਛੱਡ ਰਹੇ ਹੋ? ਉਹ ਕਹਿੰਦੇ ਜੀ ਅਸੀਂ ਕਾਂਗਰਸ ਦਾ ਰਾਜ ਨਹੀਂ ਵੇਖਿਆ ਸੀ, ਕਹਿੰਦੇ ਹੁਣ ਦੇਖ ਲਿਆ, ਹੁਣ ਮਨ ਖੱਟਾ ਪੈ ਗਿਆ। ਕਹਿੰਦੇ ਅਕਾਲੀ ਦਲ ਦਾ ਰਾਜ, ਉਹਨਾਂ ਦੀ ਵਰਡਿੰਗ ਆ ਜੀ, ਮੈਂ ਆਪਦੇ ਮੂੰਹੋਂ ਨਹੀਂ ਕਹਿ ਰਿਹਾ, ਕਹਿੰਦੇ ਤੁਹਾਡਾ ਰਾਜ 100 ਗੁਣੇ ਚੰਗਾ ਸੀ, ਅਸੀਂ ਤੁਹਾਡੇ ਅਗੇਂਸਟ ਖੜੇ, ਤੁਹਾਡੇ ਅਗੇਂਸਟ ਅਸੀਂ ਮਤਲਬ ਕਿ ਤੁਹਾਡੇ ਨਹੀਂ, ਮੁੱਖ ਮੰਤਰੀ ਦੇ ਅਗੇਂਸਟ ਅਸੀਂ ਖੜਦੇ ਰਹੇ ਹਾਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ, ਫਿਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਅਗੇਂਸਟ ਅਸੀਂ ਖੜੇ, ਅਸੀਂ ਡਰੇ ਨਹੀਂ ਸੀ ਕਦੇ, ਅਡੋਲ ਖੜੇ, ਬੜੀ ਸੇਵਾ ਕੀਤੀ ਪਾਰਟੀ ਦੀ। ਪਰ ਜਦੋਂ ਸਾਡੀ ਵਾਰੀ ਆਈ ਸਾਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ, ਸਾਡੀ ਕੋਈ ਪੁੱਛ ਗਿੱਛ ਨਹੀਂ, ਉਲਟਾ ਸਾਡੇ ਤੇ ਪਰਚੇ ਦਰਜ ਹੋਏ। ਕਹਿੰਦੇ ਮਨ ਇੰਨਾ ਫਿੱਕਾ ਪੈ ਗਿਆ, ਕਹਿੰਦੇ ਤੁਹਾਡੇ ਰਾਜ ਤਾਂ ਕਦੇ ਹੋਈ ਨਹੀਂ ਸੀ ਪਰਚੇ ਦਰਜ, ਬਹੁਤ ਆਨੰਦ ਮਾਣਿਆ ਸੀ, ਪਰ ਕਹਿੰਦੇ ਆਪਦੇ ਰਾਜ ਨੇ ਸਾਨੂੰ ਇੰਨਾ ਕੁ ਮਨ ਖੱਟਾ ਪਾਤਾ, ਕਹਿੰਦੇ ਅੱਜ ਤੋਂ ਬਾਅਦ ਨਹੀਂ ਜਾਣਾ ਕਾਂਗਰਸ 'ਚ। ਅਕਾਲੀ ਦਲ 'ਚ ਆ ਗਏ ਜੀ ਉਹ ਸਾਰੇ ਪਰਿਵਾਰ, ਬੜੇ ਆ ਰਹੇ, ਹਜੇ ਵੀ ਆ ਰਹੇ ਆ। ਇੱਕ ਪਿਛਲੇ 10 ਸਾਲਾਂ ਤੋਂ ਜਿਹੜੀ ਗਿੱਦੜਬਾਹਾ ਦੇ ਵਿੱਚ ਕਾਂਗਰਸ ਸਰਕਾਰ ਆਪਾਂ ਕਹਿ ਸਕਦੇ ਹਾਂ, ਤਾਂ ਵੜਿੰਗ ਸਾਹਿਬ ਆਪ ਵੀ ਕਹਿੰਦੇ ਰਹਿੰਦੇ ਕਿ ਸਾਡੀ ਪਿਛਲੇ 5 ਸਾਲ ਹੈ ਨਹੀਂ ਸੀ, 4.5 ਸਾਲ ਵੀ ਸਾਡੀ ਸਰਕਾਰ ਹੈ ਨਹੀਂ ਸੀ, ਪਿਛਲੇ 3 ਮਹੀਨੇ ਸਾਡੀ ਸਰਕਾਰ ਆਈ ਹੈ। ਤਾਂ ਵਿਕਾਸ ਤੁਸੀਂ ਪਿੰਡਾਂ 'ਚ ਜਾਂਦੇ ਹੋ, ਵਿਕਾਸ ਦੀ ਬੜੀ ਉਦਾਹਰਨ ਦਿੱਤੀ ਜਾਂਦੀ ਹੈ ਗਿੱਦੜਬਾਹਾ ਦੇ ਵਿੱਚ, ਜਿਵੇਂ ਪਾਰਕ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ, ਕਾਲਜ, ਹਸਪੀਟਲ ਹੈ, ਕਿਵੇਂ ਦੇਖਦੇ ਹੋ ਵਿਕਾਸ ਕਿੱਥੇ ਜੇ ਖੜਾ ਗਿੱਦੜਬਾਹਾ ਦਾ? ਦੇਖੋ ਭਾਈ ਸਾਹਿਬ,
ਇਹ ਸਿਰਫ ਹਵਾਈ ਗੱਲਾਂ ਜੀ। ਅਗਰ ਵਿਕਾਸ ਹੋਇਆ ਹੁੰਦਾ ਤਾਂ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਜਿਹੜੇ ਹੋ ਗਏ। ਕਾਂਗਰਸ ਪਾਰਟੀ, ਮੈਂ ਇੱਥੋਂ ਨਹੀਂ ਕਹਿ ਰਿਹਾ, ਮੈਂ ਇਕੱਲਾ ਗਿੱਦੜਬਾਹਾ ਦੇ ਨਹੀਂ ਕਹਿ ਰਿਹਾ, ਤੁਸੀਂ ਅਬੋਹਰ ਤੋਂ ਸਟਾਰਟ ਕਰ ਲਓ। ਕਿਤੇ ਕਾਂਗਰਸ ਪਾਰਟੀ ਦੀ ਹਵਾ ਹੋਵੇ, ਮਲੋਟ ਆਊਟ ਆਫ ਪਿਕਚਰ, ਲੰਬੀ ਆਊਟ ਆਫ ਪਿਕਚਰ, ਮੁਕਤਸਰ ਆਊਟ ਆਫ ਪਿਕਚਰ, ਗਿੱਦੜਬਾਹਾ ਹੋਰ ਹਫਤੇ 10 ਦਿਨ 'ਚ ਬਿਲਕੁਲ ਆਊਟ ਆਫ ਪਿਕਚਰ ਹੋ ਜੂਗੀ। ਤੁਸੀਂ ਦੇਖੋ ਬਠਿੰਡੇ ਸਖਤ ਮੁਕਾਬਲਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਆਮ ਆਦਮੀ ਪਾਰਟੀ ਵਾਲੇ ਦਾ। ਪੁੱਚੋ ਸੀਟ ਸਰਦਾਰ ਪ੍ਰੀਤਮ ਸਿੰਘ ਕੋਟਭਾਈ ਆਊਟ ਆਫ ਪਿਕਚਰ, ਤਲਵੰਡੀ ਸਾਬੋ ਆਊਟ ਆਫ ਪਿਕਚਰ, ਮੌੜ ਆਊਟ ਆਫ ਪਿਕਚਰ, ਮਾਨਸਾ ਆਊਟ ਆਫ ਪਿਕਚਰ। ਪਰ ਤੁਸੀਂ ਮਲੋਟ ਅਬੋਹਰ ਤੋਂ ਲੈ ਕੇ ਜੀ ਚੰਡੀਗੜ੍ਹ ਤੱਕ ਤੁਰੇ ਜਾਓ, ਇੱਕ ਥਾਂ ਤੇ ਮੈਨੂੰ ਕਾਂਗਰਸ ਦਾ ਮੁਕਾਬਲਾ ਦੱਸ ਦਿਓ ਵੀ ਕਿਸੇ ਨਾਲ ਵੀ ਹੋਵੇ, ਹੈ ਹੀ ਨਹੀਂ ਜੀ। ਜੇ ਆਪਾਂ ਗੱਲ ਕਰੀਏ ਨਾ ਮੁਕਤਸਰ ਦੀ, ਆਪਾਂ ਗੱਲ ਕਰੀਏ ਕੱਲ ਜਿਹੜੇ 3 ਵੱਡੇ ਚਿਹਰੇ ਜਿਹੜੇ ਸ਼ਾਮਲ ਹੋ ਗਏ ਨਾ ਅਕਾਲੀ ਦਲ ਦੇ ਵਿੱਚ, ਟਿਕਟਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕਾਂਗਰਸ ਇਸ ਪੱਖ ਤੋਂ ਪਿੱਛੇ ਰਹੀ ਹੈ। ਨਹੀਂ ਸਰ, ਟਿਕਟਾਂ ਦੀ ਗੱਲ ਨਹੀਂ ਹੁੰਦੀ, ਇਹ ਜ਼ਰੂਰ, ਕਿਉਂਕਿ ਟਿਕਟ ਇੱਕ ਬੰਦੇ ਨੂੰ ਮਿਲਣੀ ਹੁੰਦੀ ਹੈ ਜੀ 1.5 ਲੱਖ ਬੰਦੇ ਚੋਂ ਜੀ, ਉਹ ਗੱਲ ਨਹੀਂ ਹੁੰਦੀ। ਗੱਲ ਹੁੰਦੀ ਹੈ ਮਾਨ ਸਤਿਕਾਰ ਦੀ। ਸਾਡੇ ਵੀ ਹੁਣ ਦੇਖੋ ਮੇਰੇ ਨਾਲ ਦੇ ਬੜੇ ਆਪਣਾ ਲੀਡਰ ਸਾਹਿਬਾਨ ਆ, ਸਾਰੇ ਮੇਰੇ ਨਾਲ ਵਰਕ ਕਰ ਰਹੇ ਆ, ਟਿਕਟ ਤਾਂ ਇੱਕ ਨੂੰ ਮਿਲਣੀ ਸੀ ਨਾ। ਸੋ ਇਹ ਗੱਲ ਨਹੀਂ ਹੁੰਦੀ। ਗੱਲ ਹੁੰਦੀ ਹੈ ਜਦੋਂ ਕੋਈ ਵੀ ਐਡੇ ਵੱਡਾ ਅਹੁਦਾ ਰੁਤਬੇਦਾਰ ਬੰਦਾ ਤੁਹਾਡੀ ਪਾਰਟੀ ਦੇ ਵਿੱਚ ਚੱਲ ਰਿਹਾ, ਉਹ ਤੁਹਾਡੇ ਕੋਲੇ ਮਿਲਣ ਵਾਸਤੇ ਆਉਂਦੇ ਆ, ਉਹਦਾ ਕੱਦ ਵੇਖੋ, ਉਹਦਾ ਮਾਨ ਸਨਮਾਨ ਤਾਂ ਹੁਣ ਇਹ ਥੋੜ੍ਹੀ ਹੈ ਵੀ ਤੁਸੀਂ ਬਾਹਰ ਬੈਠੇ ਰਹੋ 4-4 5-5 ਘੰਟੇ, ਕੋਈ ਤੁਹਾਡੀ ਆਪਣਾ ਸੁਣਵਾਈ ਨਾ ਹੋਵੇ, ਤੁਹਾਡੀ ਕੋਈ ਪੁੱਛ-ਗਿੱਛ ਹੀ ਨਾ ਹੋਵੇ ਵੀ ਤੁਸੀਂ ਟਿਕਟ ਤੇ ਦਾਅਵੇਦਾਰ ਹੋ। ਸਾਡੀ ਪਾਰਟੀ 'ਚ ਇਹ ਚੀਜ਼ ਦੇਖੋ, ਮੈਂ ਬੜਾ ਸੈਟਿਸਫਾਈਡ ਹਾਂ ਬਾਦਲ ਪਰਿਵਾਰ ਤੋਂ, ਕਿਉਂਕਿ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਲ ਪਹਿਲਾਂ ਮੈਨੂੰ ਇੰਟੀਮੇਟ ਕਰਤਾ ਸੀ ਵੀ ਡਿੰਪੀ ਤਕੜਾ ਹੋ ਜਾ, ਤੂੰ ਇਲੈਕਸ਼ਨ ਲੜਨਾ, ਹੁਣੇ ਤੋਂ ਕੰਮ ਲੱਗ ਜਾ। ਤੇ ਸਾਲ ਹੋ ਗਿਆ ਸਾਨੂੰ ਬਾਈ ਜੀ ਪੂਰਾ, ਮਤਲਬ ਕਿ ਫੁੱਲ ਸਪੀਡ ਤੇ ਲੱਗਿਆ ਨੂੰ। ਵੈਸੇ ਤਾਂ ਮੈਂ ਆਊਟ ਆਫ ਟੱਚ ਕਦੇ ਹੋਇਆ ਹੀ ਨਹੀਂ ਹਲਕੇ ਨਾਲੋਂ, 5 ਸਾਲ ਦਾ ਮੈਂ ਉਵੇਂ ਜਿਵੇਂ ਚੱਲ ਰਿਹਾ, ਪਰ 1 ਸਾਲ ਪਹਿਲਾਂ ਸਾਨੂੰ ਇੰਟੀਮੇਟ ਕਰਤਾ ਸੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਵੀ ਆਪਦੇ ਹਲਕੇ 'ਚ ਜੱਚ ਜੋ ਕੰਮ ਸਟਾਰਟ ਕਰ ਦਿਓ। ਇਸ ਗੱਲ ਤੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਵੀ ਗਿੱਦੜਬਾਹਾ 'ਚੋਂ ਪਿੱਛੇ ਰਹੀ ਹੈ, ਜਿਵੇਂ ਕਿ ਮੌਕੇ ਤੇ ਲਿਆ ਕੇ ਕੈਂਡੀਡੇਟ ਖੜਾ ਕੀਤਾ। ਇਹਨਾਂ ਚੀਜ਼ਾਂ ਦਾ ਹੀ ਫਰਕ ਪੈਂਦਾ। ਇੱਕ ਆਪਾਂ ਦੇਖੀਏ ਸਾਰੇ ਪੰਜਾਬ ਦੇ ਵਿੱਚ, ਜੇ ਤੁਹਾਡੀ ਰਾਜਾ ਵੜਿੰਗ ਜੀ ਨਾਲ ਕੋਈ ਹਮੇਸ਼ਾ ਹੀ ਪੰਜਾਬ 'ਚ ਇਹ ਗੱਲ ਹੁੰਦੀ ਹੈ ਕਿ ਤੁਹਾਡੀ ਕੋਈ ਨਿੱਜੀ ਉਹਨਾਂ ਨਾਲ ਰੰਜਿਸ਼ ਹੈ ਨਾ। ਜੇ ਆਪਾਂ ਲੋਕਲ ਲੈਵਲ ਦੀ ਗੱਲ ਕਰੀਏ, ਕਿਉਂਕਿ ਆਪਾਂ ਹੁਣ ਅਕਸਰ ਵੋਟਰ ਜਿਹੜੇ ਆਪਣੇ ਲੋਕਲ ਲੈਵਲ ਤੇ, ਉਤਲੇ ਲੈਵਲ ਤੇ ਨਹੀਂ, ਤਾਂ ਉਹਦੇ 'ਚ ਕੀ ਵਾਕਈ ਤੁਹਾਡੀ ਨਿੱਜੀ ਰੰਜਿਸ਼ ਰਾਜਾ ਵੜਿੰਗ ਰੱਖਦਾ ਜਾਂ ਤੁਸੀਂ ਰੱਖਦੇ? ਨਹੀਂ ਭਾਈ ਸਾਹਿਬ, ਮੇਰੀ ਦੇਖੋ ਸਾਡੀ ਕੀ ਲੜਾਈ ਕਾਹਦੀ ਹੈ ਜੀ, ਕੋਈ ਵੰਡ ਵੰਡਾਰ ਤਾਂ ਸਾਡਾ ਹੈ ਕੋਈ ਨਹੀਂ, ਇਕੱਲੀ ਵੋਟਾਂ ਦੀ ਲੜਾਈ ਹੈ, ਹੋਰ ਤਾਂ ਕੁਝ ਵੀ ਨਹੀਂ ਸਾਡਾ। ਹੁਣ ਵੋਟਾਂ ਦੀ ਲੜਾਈ ਦੇ ਵਿੱਚ ਐਕਚੁਅਲੀ ਨਾ ਜੀ ਇਹਨੂੰ ਜਦੋਂ ਹਾਰ ਵਿਖਦੀ ਹੈ ਨਾ ਜੀ ਕਿਸੇ ਚੀਜ਼ 'ਚ, ਫਿਰ ਇਹ ਆਪੇ ਤੋਂ ਬਾਹਰ ਹੋ ਜਾਂਦੇ ਆ, ਇਹ ਫਿਰ ਆਪਦੀ ਭਾਸ਼ਾ ਦੀ ਮਰਿਆਦਾ ਭੁੱਲ ਜਾਂਦੇ ਆ, ਫਿਰ ਇਹਨਾਂ ਨੂੰ ਆਈ ਨਹੀਂ ਪਤਾ ਲੱਗਦਾ ਮੈਂ ਕੀ ਬੋਲੀ ਜਾਣਾ, ਮਾੜੀ ਜੀ ਗੱਲ ਵੀ ਬਰਦਾਸ਼ਤ ਨਹੀਂ ਕਰਦੇ। ਉਹ ਐਂ ਲੱਗਦਾ ਵੀ ਜਿਵੇਂ ਅਸੀਂ ਇੱਕ ਦੂਜੇ ਤੇ ਹੀ ਵਾਰ ਕਰੀ ਜਾਂਦੇ ਹੁੰਦੇ ਆ, ਇਹ ਪਰਸਨਲ ਹੋਣ ਲੱਗੇ, ਕਿਸੇ ਬਾਰੇ ਟਿੱਪਣੀ ਕਰਨ ਲੱਗੇ, ਮਿੰਟ ਇੱਕ ਲਾਉਂਦੇ ਆ। ਸਾਡੇ ਹੁਣ 3 ਦਿੱਗਜ ਕਾਂਗਰਸੀ ਵਰਕਰ ਸਾਹਿਬਾਨ ਜਿਨ੍ਹਾਂ ਨੇ ਆਪਦੇ ਦਮ ਤੇ ਮਤਲਬ ਕਿ ਕਾਂਗਰਸ ਵਾਸਤੇ ਲੜਾਈ ਲੜੀ। ਸਭ ਤੋਂ ਪਹਿਲਾਂ ਸਰਦਾਰ ਸੁਖਮੰਦਰ ਸਿੰਘ ਸਰਪੰਚ ਸਾਹਿਬ ਆਪਣੇ ਸੁਖਨੇ ਦੇ ਤਨਾਟ ਵਰਕਰ, ਮੈਂ ਉਹਨਾਂ ਨੂੰ ਘੱਟੋ ਘੱਟ 30 ਸਾਲ ਤੋਂ ਜਾਣਦਾ, ਸਾਡਾ ਆਪਸ ਵਿੱਚ ਬਹੁਤ ਪਿਆਰਾ, ਈਵਨ ਕਿ ਕਾਂਗਰਸ ਹੋਣ ਦੇ ਨਾਤੇ। ਉਦੋਂ ਬਾਅਦ ਆਪਣੇ ਨੀਟਾ ਜੀ ਗਿੱਦੜਵੇ ਦੇ ਵਿੱਚ, ਨੀਟਾ ਗਰਗ ਜੀ, ਮੈਂ ਕਹਿਣਾ ਜੀ ਵੜਿੰਗ MLA ਸਾਹਿਬ ਦੇ ਪੈਰ ਲਾਉਣ ਵਾਲਾ ਗਿੱਦੜਵੇ ਦੇ ਵਿੱਚ, ਹੀ ਵਾਸ ਦਾ ਮੈਨ। ਸਰਦਾਰ ਰਘਵੀਰ ਸਿੰਘ ਪ੍ਰਧਾਨ ਸਾਹਿਬ ਦਾ, ਆਪਣੇ ਜਿਹੜੇ ਇੱਥੋਂ ਦੇ MLA ਦੇ ਵੀ ਕੈਂਡੀਡੇਟ ਰਹੇ ਆ ਕਾਂਗਰਸ ਪਾਰਟੀ ਦੇ, ਬੜੇ ਸਟਰੋਂਗ ਕੰਟੈਂਡੈਂਟ ਰਹੇ ਆ, ਉਹਨਾਂ ਦਾ ਸਕਾ ਭਤੀਜਾ, ਇੰਨੀ ਕੁ ਉਹਨਾਂ ਨੇ ਸਿਰ ਤੋੜ ਇਹਦੀ ਮਦਦ ਕੀਤੀ ਸਾਡੇ MLA ਸਾਹਿਬ ਦੀ, ਗੱਲ ਹੀ ਛੱਡ ਦਿਓ। ਇੱਥੇ ਪੈਰ ਲਾਉਣ ਵਾਲੇ ਉਹ ਬੰਦੇ ਸੀ। ਤੀਜਾ ਬਾਈ ਭਿੰਦਰ ਸਿੰਘ ਕੋਟਭਾਈ ਤੋਂ, ਦਿਨ ਰਾਤ ਮੈਂ ਵੇਖਿਆ ਉਹਨਾਂ ਬੰਦਿਆਂ ਨੂੰ ਕੰਮ ਕਰਦਾ। ਮੈਂ ਦੇਖਦਾ ਹੁੰਦਾ ਸੀ ਵੀ ਯਾਰ ਬਹੁਤ ਹਿੰਮਤੀ ਵਰਕਰ, ਈਵਨ ਕਿ ਸਾਡੇ ਅਕਾਲੀ ਦਲ ਦੇ ਵਰਕਰ ਵੀ ਬਹੁਤ ਤੇਜ਼। ਅਸੀਂ ਇਹ ਮੰਨਦੇ ਹਾਂ ਵੀ ਅਕਾਲੀ ਦਲ ਦੀ ਵਰਕਿੰਗ ਦੇ ਨਾਲ ਕਿਸੇ ਪਾਰਟੀ ਦੀ ਵਰਕਿੰਗ ਮਤਲਬ ਫਿੱਕੀ ਪੈ ਜਾਂਦੀ ਹੈ, ਬਟ ਇਹ ਐਸੇ ਵਰਕਰ ਸੀ ਜਿਹੜਾ ਸਾਡਾ ਡਟ ਕੇ ਮੁਕਾਬਲਾ ਕਰਦੇ ਸੀ। ਸਿਰਫ ਇਹਨਾਂ ਦੀ ਸ਼ਬਦਾਵਲੀ ਦੇ ਵਜੋਂ ਅਗਲੇ ਤੇ ਤਿੱਖੇ ਪ੍ਰਤੀਕਰਮ ਕਰਨੇ, ਤਿੱਖੇ ਵਾਰ ਕਰਨੇ, ਜਾਣ ਕੇ ਉਹਨਾਂ ਦੀ ਆਤਮਾ ਨੂੰ ਛੇੜਨਾ। ਦੇਖੋ ਪਾਰਟੀ ਛੱਡ ਕੇ ਕਿਤਨੇ ਜਣੇ ਜੀ ਉਹ ਜੁਆਇਨ ਕਰ ਰਹੇ, ਫਿਰ ਹੁਣ ਅਕਾਲੀ ਦਲ ਦੀ ਆਉਣ ਵਾਲੇ ਦਿਨਾਂ 'ਚ ਹੋ ਸਕਦੀ ਹੈ? ਨਹੀਂ, ਇਹੋ ਜੀ ਨਾ ਮੇਰੇ ਨਾਲ ਕੋਈ ਗੱਲ ਹੋਈ ਹੈ ਜੀ ਉਹਨਾਂ ਦੀ ਪਾਰਟੀ ਛੱਡਣ ਬਾਰੇ,
ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਨਾ ਹੀ ਕੋਈ ਜੁਆਇਨਿੰਗ ਦੀ ਗੱਲ ਆ। ਉਹਨਾਂ ਨੇ ਪਾਰਟੀ ਇਸ ਕਰਕੇ ਛੱਡੀ ਆ, ਉਹਨਾਂ ਨੂੰ ਗਦਾਰ ਕਿਹਾ ਜਾ ਰਿਹਾ ਸੀ। ਹੁਣ ਬੰਦਿਆਂ ਦਾ ਕਿਸੇ ਦਾ ਤੁਸੀਂ 5 ਸਾਲ ਪੂਰੇ ਰਾਜ ਦੇ ਵਿੱਚ ਹੁਣ ਰਹੇ ਹੋ, 5 ਸਾਲ ਪਹਿਲਾਂ MLA ਰਹੇ ਹੋ, ਉਹਨਾਂ ਦਾ ਕੁਝ ਤੁਸੀਂ ਨਹੀਂ ਸਵਾਰਿਆ ਗਿਆ ਤੁਹਾਤੋਂ, ਅਗਲਾ ਘਰੇ ਤਾਂ ਬੈਠ ਸਕਦਾ ਆਪਦੇ ਜੀ, ਤੁਹਾਡਾ ਵਿਰੋਧ ਨਹੀਂ ਕਰ ਰਿਹਾ ਅਗਲਾ, ਆਰਾਮ ਨਾਲ ਆਪਦੇ ਘਰੇ ਬੈਠੇ, ਤੁਸੀਂ ਉਹਨੂੰ ਕਹੋ ਇਹ ਗਦਾਰ ਆ। ਇੱਕ ਢਿੱਲੋਂ ਸਾਹਿਬ ਚੋਣਾਂ ਦੇ ਨੇੜੇ ਜਾਖੜ ਸਾਹਿਬ ਦਾ ਇੱਕ ਬਿਆਨ ਤੁਸੀਂ ਕੱਲ ਵੀ ਸੁਣਿਆ ਹੋਊਗਾ ਵੀ ਮੈਨੂੰ 42 ਵੋਟਾਂ ਪਈਆਂ, ਚੰਨੀ ਨੂੰ 2 ਹੀ ਪਈਆਂ। ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿ ਜਿਹੜੀ ਮੁੱਖ ਮੰਤਰੀ ਦੌੜ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਫੇਰ ਦੁਬਾਰਾ ਫਸਦੀ ਜਾ ਰਹੀ? ਇਹ ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ। ਦੇਖੋ, ਇੱਕ ਅਗਰ ਮੈਂ ਇਸ ਗੱਲ ਤੇ ਹਾਂ ਜੀ, ਅਗਰ ਜਾਖੜ ਸਾਹਿਬ ਨੂੰ ਤੁਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਸਕਦੇ ਹੋ ਜੀ, ਇੱਕ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੇ ਹੋ, ਤੇ ਫਿਰ CM ਬਣਾਉਣ 'ਚ ਕੀ ਹੱਦ ਸੀ? ਪ੍ਰਧਾਨ ਤੇ CM 'ਚ ਕੀ ਅੰਤਰ ਹੁੰਦਾ? ਮਤਲਬ ਕਿ ਮੈਨੂੰ ਇਹਨਾਂ ਦੀ ਪਾਲਿਸੀ ਸਮਝ ਨਹੀਂ ਆਈ ਕੀ ਆ। ਪਹਿਲੀ ਗੱਲ ਤਾਂ ਇਹ ਸੀ ਵੀ ਜੇ ਪਹਿਲੀ ਗੱਲ ਤਾਂ ਵੋਟਾਂ ਤੁਹਾਨੂੰ ਨਹੀਂ ਪਾਉਣੀਆਂ ਚਾਹੀਦੀਆਂ ਸੀ। ਜੇ ਤੁਸੀਂ ਵੋਟਾਂ ਪਵਾ ਲਈਆਂ ਸੀ, ਆਪਣਾ ਕਨਸਟੀਟਿਊਸ਼ਨ ਇਹ ਕਹਿੰਦਾ ਵੀ ਜਿਹਦੇ ਮਗਰ ਵੱਧ ਵੋਟਾਂ ਹੋਣ ਉਹ ਜਿੱਦਾ। ਜੇ ਤੁਸੀਂ ਵੋਟਾਂ ਪਵਾ ਲਈਆਂ ਸੀ ਤਾਂ ਫਿਰ ਉਹ ਵੋਟਾਂ ਦੇ ਆਧਾਰ ਤੇ ਜਾਖੜ ਸਾਹਿਬ ਦਾ ਹੱਕ ਬਣਦਾ ਸੀ, ਇਹਨਾਂ ਨੂੰ CM ਬਣਾ ਦਿੰਦੇ। ਤੇ ਜੇ ਤੁਸੀਂ CM ਤੁਹਾਡੇ ਮਨ 'ਚ ਇੱਕ ਚੀਜ਼ ਡਚੀ ਵੀ ਸੀ ਵੀ ਜਾਖੜ ਨੂੰ CM ਬਣਾਉਣਾ ਹੀ ਨਹੀਂ, ਫਿਰ ਵੋਟਾਂ ਹੀ ਕਿਉਂ ਪਵਾਈਆਂ? ਦੇਖੋ, ਚੰਨੀ ਸਾਹਿਬ ਕਿਸੇ ਰੇਸ 'ਚ ਨਹੀਂ ਸੀ, ਇਹਨਾਂ ਨੂੰ ਤਾਂ ਵੋਟਾਂ ਹੀ ਨਹੀਂ ਪਈਆਂ, ਤੇ ਆਪਦੀ ਪਾਰਟੀ ਨੂੰ ਆਪ ਹੀ ਖਰਾਬ ਕਰੀ ਜਾਂਦੇ ਆ। ਜਦੋਂ ਤੁਸੀਂ ਕਿਸੇ ਹੋਰ ਬੰਦੇ ਨੂੰ ਬਣਾਉਣਾ ਤੇ ਡਾਇਰੈਕਟ ਉੱਤੋਂ ਤੁਸੀਂ ਥੋਪ ਦਿਓ ਵੀ ਭਾਈ ਆਹ ਬਣੂਗਾ CM, ਗੱਲ ਖਤਮ ਹੋ ਗਈ। ਇੱਕ BJP ਨਾਲ ਪਹਿਲਾਂ ਆਪਣਾ ਗੱਠ ਜੁੜ ਰਿਹਾ, ਹਾਂਜੀ, ਤਾਂ BJP ਦਾ ਕੈਂਡੀਡੇਟ ਵੀ ਜਿਵੇਂ ਰੱਖ ਲਓ ਵੀ ਲੋਕ ਕਾਂਗਰਸ ਤੋਂ ਰੱਖ ਲਓ ਜਾਂ BJP ਤੋਂ ਰੱਖ ਲਓ, ਓਮ ਪ੍ਰਕਾਸ਼ ਬੱਬਰ ਜੀ ਵੀ ਹੈ। ਹਾਂਜੀ, ਕੀ ਲੱਗਦਾ ਹੈ ਡੈਂਪੀ ਢਿੱਲੋਂ ਦਾ ਨੁਕਸਾਨ ਕਰਨਗੇ? ਨਹੀਂ, ਮੇਰਾ ਨਹੀਂ, ਆਪਣਾ ਐਕਚੁਅਲੀ ਕੀ ਹੈ ਨਾ ਜੀ, ਮੇਰਾ ਸਾਰਿਆਂ ਨਾਲ ਹੀ ਬਹੁਤ ਪਿਆਰ ਆ ਜੀ। ਓਮ ਪ੍ਰਕਾਸ਼ ਬੱਬਰ ਸਾਹਿਬ ਵੀ ਮੇਰੀ ਬੜੀ ਮਦਦ ਕਰਦੇ ਰਹੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਾਰੇ ਨਾਲ ਹੀ ਮੇਰਾ ਪਿਆਰ ਆ। ਮੇਰਾ ਸ਼ਹਿਰ ਦੇ ਵਿੱਚ ਨਾ ਜੀ ਪਾਰਟੀ ਤੋਂ ਉੱਪਰ ਉੱਠ ਕੇ ਮੇਰਾ ਨਿੱਜੀ ਬਹੁਤ ਪਿਆਰ ਆ, ਤੇ ਮੈਨੂੰ ਨਹੀਂ ਮਤਲਬ ਕੀ ਲੱਗਦਾ ਵੀ ਮੇਰੀ ਵੋਟ ਉੱਠ ਕੇ ਕਿਸੇ ਨੂੰ ਨਹੀਂ ਜਾਊਗੀ। ਉਹ ਮੇਰੇ ਨਾਲ ਬੱਜੀ ਵੀ ਹੈ ਜੀ, ਪਾਰਟੀ ਤੋਂ ਉੱਪਰ ਉੱਠ ਕੇ ਮੇਰੇ ਨਾਲ ਬੱਜੀ ਵੀ ਹੈ ਜੀ। ਇੱਕ ਨਾ ਢਿੱਲੋਂ ਸਾਹਿਬ ਜਿਹੜੀ ਪਾਰਟੀ ਦਾ ਮੈਨੀਫੈਸਟੋ ਹੁੰਦਾ ਵੱਖਰਾ, ਇੱਕ ਆਪਾਂ ਜਿਹੜੇ ਲੀਡਰ ਲੋਕਲ ਲੈਵਲ ਤੇ ਆਪਦੇ ਹਲਕੇ ਦੇ ਮੁੱਦਿਆਂ ਦੇ ਵੀ ਆਪਾਂ ਕੁਝ ਵਾਅਦੇ ਕਰਦੇ ਹਾਂ। ਹਾਂਜੀ, ਕੀ ਲੱਗਦਾ ਤੁਹਾਨੂੰ ਗਿੱਦੜਬਾਹ ਦੇ ਐਸੇ ਕਿਹੜੇ ਬੇਸਿਕ ਮੁੱਦੇ ਆ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਚੋਣਾਂ ਲੜ ਰਹੇ ਹੋ ਜਾਂ ਚੋਣ ਪ੍ਰਚਾਰ ਕਰ ਰਹੇ ਹੋ? ਕਿਉਂਕਿ ਉਤਲੀਆਂ ਗੱਲਾਂ ਜੇ ਆਪਾਂ ਛੱਡ ਦਈਏ ਤਾਂ ਲੋਕਲ ਲੈਵਲ ਦੀ ਗੱਲ ਕਰੀਏ। ਸਰ, ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ? ਦੇਖੋ, ਸਾਡੇ ਇਸ ਕਨਸਟੀਚੁਐਂਸੀ ਦੇ ਵਿੱਚ ਮੈਂ ਇੱਕ ਗੱਲ ਤੇ ਬੜੀ ਸਖਤੀ ਕੀਤੀ ਵੀ ਸੀ, ਤੁਸੀਂ ਬੇਸ਼ੱਕ ਕਿਸੇ ਪਬਲਿਕ ਮੈਨ ਨੂੰ ਵੀ ਪੁੱਛ ਲਿਓ, ਅਸੀਂ ਇੱਕ ਪੈਸਾ ਜਿਹਨੂੰ ਕਹਿੰਦੇ ਨਾ, ਇੱਕ ਪੈਸਾ ਵੀ ਮੇਰੇ ਹਲਕੇ ਦੇ ਵਿੱਚ ਨੋ ਚਿੱਟਾ, ਨੋ ਸਿੰਥੈਟਿਕ ਡਰੱਗ ਕਿਤੇ ਵੀ ਨਹੀਂ ਮਿਲਦਾ ਸੀ। ਇੰਨੀ ਮਤਲਬ ਕਿ ਮੈਂ SSP ਸਾਹਿਬ ਨੂੰ ਬੇਨਤੀ ਕਰਕੇ, ਇੱਥੋਂ ਦੇ ਲੋਕਲ DSP ਸਾਹਿਬ ਨੂੰ, ਥਾਣੇਦਾਰ ਸਾਹਿਬ ਨੂੰ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਜੀ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗੀ, ਬਾਕੀ ਸਭ ਠੀਕ ਆ। ਔਰ ਮਤਲਬ ਕਿ ਉਹਨਾਂ ਨੇ ਮੇਰੀ ਇਸ ਗੱਲ ਦਾ ਮਾਣ ਵੀ ਬੜਾ ਰੱਖਿਆ। ਸਾਡਾ ਹਲਕਾ ਬਿਲਕੁਲ ਸਾਫ਼ ਸੁਥਰਾ ਸੀ, ਤੁਸੀਂ ਜਿਹਨੂੰ ਮਰਜ਼ੀ ਪੁੱਛ ਲਿਓ। 4 ਸਾਲ ਪਹਿਲਾਂ ਕੋਈ ਨਸ਼ਾ ਨਹੀਂ ਸੀ। ਮੇਰੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਊਗੀ ਅੱਜ ਸਾਡੇ ਗਲੀ ਦੇ ਵਿੱਚ ਨਸ਼ਾ, ਸਭ ਤੋਂ ਪਹਿਲਾਂ ਇਹਨੂੰ ਖਤਮ ਕਰਨਾ। ਮੇਰੇ ਕੋਲੇ ਲੇਡੀਜ਼ ਆ ਕੇ ਰੋਂਦੀਆਂ ਜੀ, ਮਤਲਬ ਕਿ ਟੋਲਰੇਟ ਨਹੀਂ ਹੁੰਦੀਆਂ। ਉਹਨਾਂ ਦੇ ਜਵਾਨ ਪੁੱਤ 3-3 4-4 ਕਹਿੰਦੇ ਬੇਟਾ ਸਾਰੇ ਹੀ ਇਸ ਕੰਮ ਤੇ ਲੱਗ ਗਏ। ਮਨ 'ਚ ਬੜੀ ਮਤਲਬ ਪੀੜ ਹੁੰਦੀ ਆ। ਫਿਰ ਸੈਕੰਡ ਪ੍ਰਾਇੋਰਟੀ ਮੇਰੀ ਹੋਊਗੀ ਜੀ ਐਜੂਕੇਸ਼ਨ, ਉਹਦੇ ਤੇ ਖਾਸ ਧਿਆਨ ਦੇਣਾ। ਸਾਡੇ ਬੱਚੇ ਕੀ ਹੈ ਨਾ ਜੀ, ਜੌਬਸ ਤਾਂ ਭਾਲਣ ਲੱਗ ਜਾਂਦੇ ਆ, ਪਰ ਉਹਨਾਂ ਦੀ ਵਿਚਾਰਿਆਂ ਦੀ ਕੁਆਲੀਫਿਕੇਸ਼ਨ ਹੈ ਨਹੀਂ, ਇਸ ਕਰਕੇ ਰਹਿ ਜਾਂਦੇ ਆ। ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ। ਆਫਟਰ +2 ਕਹਿੰਦੇ ਜੀ ਹੁਣ ਸਾਨੂੰ ਜੌਬ ਦੇ ਦਿਓ। ਹੁਣ +2 ਤੋਂ ਕੁਆਲੀਫਿਕੇਸ਼ਨ ਕਿਤੇ ਦੀ ਕਿਤੇ ਜਾ ਵੜਦੇ ਆ ਜੀ। ਮੇਰੇ ਹਲਕੇ ਦੇ ਬੱਚੇ ਰਹਿ ਜਾਂਦੇ ਆ। ਇਸ ਗੱਲ ਤੇ ਖਾਸ ਧਿਆਨ ਦੇਣਾ, ਉਹਨਾਂ ਨੂੰ ਗਾਈਡ ਕਰਨਾ ਵੀ +2 ਤੋਂ ਬਾਅਦ ਤੁਸੀਂ ਕੀ ਕਰਨਾ। ਇਸ ਗੱਲ ਤੇ ਮੈਂ ਖਾਸ ਪ੍ਰਾਇੋਰਟੀ ਰੱਖੀ ਹੋਈ ਹੈ ਵੀ ਕੋਈ ਚਾਹੇ ਕਲਾਸਿਸ ਲਾਈਏ ਜਾਂ ਜੋ ਵੀ ਲਾਈਏ, ਇਸ ਗੱਲ ਤੇ। ਥਰਡ ਹੈਗਾ ਜੀ, ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ, ਮੈਡੀਕਲ ਫੈਸਿਲਿਟੀ। ਉਹਦੀ ਵੀ ਬੜੀ ਕਮੀ ਹੈ ਜੀ। ਬੜੇ ਲੋਕ ਮਤਲਬ ਕਿ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਲੁੱਟ ਦਾ ਸ਼ਿਕਾਰ ਹੁੰਦੇ ਆ ਜੀ, ਬਾਹਰ ਅੰਦਰ ਜਾਂਦੇ ਆ ਜੀ। ਇੱਥੇ ਤਾਂ ਚਲੋ ਸਾਡੇ ਡਾਕਟਰ ਸਾਹਿਬਾਨ ਪ੍ਰਾਈਵੇਟ ਵਾਲੇ ਵੀ ਬੜੇ ਚੰਗੇ ਆ, ਆਖ ਵੇਖ ਕੇ ਮਾੜਾ ਮੋਟਾ ਕੱਟ-ਕੁੱਟ ਕਰਵਾ ਲਈਦਾ। ਬਟ ਜਦੋਂ ਬਾਹਰ ਜਾਂਦੇ ਆ ਜੀ ਨਾ, ਮਤਲਬ ਕਿ ਮਨ ਬੜਾ ਦੁਖਦਾ। ਕਈ ਤਾਂ ਵਿਚਾਰੇ ਉਹਨਾਂ ਦੇ ਘਰ ਹੀ ਪੱਟੇ ਜਾਂਦੇ ਜੀ, ਇੰਨੇ ਪੈਸੇ ਲੱਗਦੇ ਆ। ਮੇਰਾ ਇਸ ਤੇ ਮਤਲਬ ਕਿ ਆਈ ਐਮ ਵੈਰੀ ਸੀਰੀਅਸ ਔਨ ਦਿਸ ਮੈਟਰ ਵੀ ਕੋਈ ਮੈਡੀਕਲ ਦੀ ਅੱਛੀ ਫੈਸਿਲਿਟੀ ਮੈਂ ਦੇ ਸਕਾਂ।
ਇੱਕ ਖੇਤੀਬਾੜੀ ਦੀ ਗੱਲ ਅਕਸਰ ਨਾ ਤਕਰੀਬਨ ਰਹਿ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਲੋਕਲ ਲੈਵਲ ਤੇ ਆਪਣੇ ਏਰੀਏ ਦੇ ਵਿੱਚ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਖਾਲਾਂ ਦੀ ਬੜੀ ਸਮੱਸਿਆ। ਹਾਂਜੀ, ਖਾਲ ਜਿਹੜੇ ਕਾਫੀ ਦੇਰ ਤੋਂ ਜਿਹੜੇ ਜ਼ਿਮੀਂਦਾਰਾਂ ਦੇ ਨਹੀਂ ਬਣੇ ਹਨਾ। ਤੁਸੀਂ ਵੀ ਕਿਹਾ ਸੀ ਇੱਕ ਵਾਰੀ ਕਿ ਆਪਾਂ ਬਾਦਲ ਸਾਹਿਬ ਆਉਣਗੇ ਤਾਂ ਆਪਾਂ ਉਹਨਾਂ ਤੋਂ ਪਾਈਪਾਂ ਹੀ ਮਨਜ਼ੂਰ ਕਰਵਾ ਦਾਂਗੇ ਹਨਾ। ਜ਼ਿਮੀਂਦਾਰਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਭਾਈ ਸਾਹਿਬ ਦੇਖੋ, ਇਹ ਜਿਹੜੇ ਖਾਲਾਂ ਦੇ ਕੰਮ ਆ, ਸੂਏ ਕੱਸੀਆਂ ਦੇ ਕੰਮ ਆ, ਪਾਈਪਾਂ ਦੇ ਕੰਮ ਆ, ਇਹ ਇੱਕ ਨਾਰਮਲ ਲੈਵਲ ਦੇ ਕੰਮ ਆ। ਇਹ ਅਸੀਂ ਕਰਨੇ ਹੀ ਕਰਨੇ ਆ। ਇਹ ਸਭ ਨੂੰ ਪਤਾ, ਪਹਿਲਾਂ ਵੀ ਅਸੀਂ ਕੀਤੇ ਸੀ, 9 ਇੰਚੀ ਖਾਲ ਬਣਾਏ ਸੀ, ਹੁਣ ਵੀ ਅਸੀਂ ਕਰ ਰਹੇ ਆ। ਇਹ ਜ਼ਿਮੀਂਦਾਰ ਭਰਾ ਸਾਡੇ ਸਾਰੇ ਮਤਲਬ ਸਮਝਦੇ ਆ ਵੀ ਬਾਦਲ ਸਾਹਿਬ ਆ ਗਏ ਤਾਂ ਇਹ ਗੱਲਾਂ ਕਹਿਣ ਦੀਆਂ ਨਹੀਂ, ਉਹਨਾਂ ਨੇ ਆਪੇ ਹੀ ਕਰਨੇ ਆ। ਸਾਡੀ ਪਹਿਲੀ ਪ੍ਰਾਇੋਰਟੀ ਉਹਨਾਂ ਵਾਸਤੇ ਅੱਡ ਫੰਡ ਕੱਢ ਕੇ ਰੱਖ ਦਿੰਦੇ ਆ ਤੇ ਕੰਮ ਆਟੋਮੈਟਿਕਲੀ ਸਟਾਰਟ ਹੋ ਜਾਂਦਾ। ਇੱਕ ਸੁਖਬੀਰ ਜੀ ਨੇ ਪਹਿਲਾਂ ਜਦੋਂ ਤੁਹਾਡੇ ਰਾਜ ਦੇ ਵਿੱਚ ਬੇਅਦਬੀ ਹੋਈ ਹਨਾ ਤੇ ਘਟਨਾ ਬਰਗਾੜੀ ਵਾਲੀ ਵੀ ਹੋਈ, ਉਹਨਾਂ ਨੇ ਕਿਹਾ ਸੀਗਾ ਵੀ ਜੋ ਜਿਨ੍ਹਾਂ ਨੇ ਇਹ ਕਰਵਾਈ ਹੈ ਜਾਂ ਇਹਦੇ ਤੇ ਸਿਆਸਤ ਕਰਨਗੇ ਉਹਨਾਂ ਦਾ ਕੱਖ ਨਾ ਰਵੇ ਹਨਾ। ਉਦੋਂ ਬਾਅਦ 5 ਸਾਲ ਕੈਪਟਨ ਸਰਕਾਰ ਵੀ ਰਹੀ, ਕੈਪਟਨ ਵੀ ਇਸ ਮੁੱਦੇ ਤੇ ਫੇਲ ਰਹੇ। ਉਦੋਂ ਬਾਅਦ ਚੰਨੀ ਸਰਕਾਰ ਇਸ ਕਰਕੇ ਆਈ ਕਿ ਚੰਨੀ ਇਹਦਾ ਹੱਲ ਕਰਨਗੇ। ਸਿੱਧੂ ਨੇ ਬਹੁਤ ਰੌਲਾ ਪਾਇਆ ਸੀਗਾ। ਤਾਂ ਤੁਹਾਨੂੰ ਵੀ ਲੱਗਦਾ ਕਿ ਤੇ ਸਿਆਸੀ ਮੁੱਦਾ ਹੀ ਬਣ ਗਿਆ ਇਹ, ਤੇ ਇਹਦਾ ਜੇ ਅਕਾਲੀ ਦਲ ਸਰਕਾਰ ਆਉਂਦੀ ਹੈ ਤਾਂ ਪਹਿਲ ਦੇ ਆਧਾਰ ਤੇ ਹੱਲ ਹੋਊਗਾ? ਦੇਖੋ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕਿਹਾ ਸੀ ਵੀ ਜਿਹਨੇ ਇਹ ਕੀਤਾ ਉਹਦਾ ਕੱਖ ਨਾ ਰਹੇ, ਰਿਹਾ ਵੀ ਨਹੀਂ ਜੀ। ਕੈਪਟਨ ਸਾਹਿਬ 0, ਜਾਖੜ ਸਾਹਿਬ ਨੇ ਬਹੁਤ ਰੌਲਾ ਪਾਇਆ ਸੀ 0, ਸਿੱਧੂ ਸਾਹਿਬ ਨੇ ਬਹੁਤ ਰੌਲਾ ਪਾਇਆ ਸੀ 0, ਜਿਨ੍ਹਾਂ ਨੇ ਕੀਤੀ ਸੀ। ਅੱਜ ਸੁਖੀ ਰੰਧਾਵਾ ਸਾਹਿਬ ਆਪਦੇ ਹਲਕੇ ਤੋਂ ਹਾਰ ਰਹੇ ਆ ਬੁਰੀ ਤਰ੍ਹਾਂ। ਸਾਰੀਆਂ ਪੰਚਾਇਤਾਂ ਉਹਨਾਂ ਨੂੰ ਛੱਡ ਗਈਆਂ, ਟੋਟਲ ਅਕਾਲੀ ਦਲ ਜੁਆਇਨ ਕਰ ਗਏ, 0 ਰਹਿ ਗਏ। ਆਪਣੇ ਵਾਲੇ MLA ਸਾਹਿਬ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ 20 ਤਰੀਕ ਨੂੰ ਇਹਨਾਂ ਨੂੰ ਵੀ ਤੋੜ ਦਾਂਗੇ ਕਰ ਲਓ। ਭਾਈ ਸਾਹਿਬ, ਧਰਮ ਦੇ ਨਾਂ ਤੇ ਕਦੇ ਸਿਆਸਤ ਨਹੀਂ ਕਰਨੀ ਚਾਹੀਦੀ, ਬਹੁਤ ਮਾੜੀ ਗੱਲ ਆ। ਤੁਸੀਂ ਆਪਦੇ ਮੁੱਦਿਆਂ ਦੀ ਲੜਾਈ ਲੜੋ ਯਾਰ। ਅਸੀਂ ਕਦੇ ਨਹੀਂ ਧਰਮ ਕਿਸੇ ਦਾ ਬਦਨਾਮ ਕੀਤਾ। ਅਕਾਲੀ ਦਲ ਹਮੇਸ਼ਾ ਸਾਡੀ, ਤੁਸੀਂ ਕੋਈ ਚੋਣ ਮੈਨੀਫੈਸਟੋ ਦੇਖ ਲਓ, ਹਮੇਸ਼ਾ ਅਸੀਂ ਮੁੱਦਿਆਂ ਦੀ ਲੜਾਈ ਲੜੀ ਆ, ਲੋਕਾਂ ਨੂੰ ਸਹੂਲਤਾਂ ਦੀ ਲੜਾਈ ਲੜੀ ਵੀ ਅਸੀਂ ਆਹ ਕਰਾਂਗੇ ਬਣ ਕੇ। ਪਰ ਅਸੀਂ ਕਦੇ ਕਿਸੇ ਦੇ ਧਰਮ ਤੇ ਨਹੀਂ ਅਸੀਂ ਕਦੇ ਮਤਲਬ ਕਿ ਵਾਰ ਕੀਤਾ ਅੱਜ ਤੱਕ ਅਕਾਲੀ ਦਲ ਨੇ। ਇਹਨਾਂ ਨੇ ਮੇਨ ਮੁੱਦਾ ਇਲੈਕਸ਼ਨ ਦਾ ਇਹੀ ਬਣਾ ਕੇ ਲੜੇ। ਮੇਨ ਇਹਨਾਂ ਦਾ ਇਹ ਟੌਪਿਕ ਸੀ ਵੀ ਯਾਰ ਅਕਾਲੀ ਦਲ ਹੁਣ ਭਾਈ ਸਾਹਿਬ, ਅਸੀਂ ਅਕਾਲੀ ਦਲ ਵਾਲੇ ਤਾਂ ਰੱਬ ਤੋਂ ਡਰਨ ਵਾਲੇ ਬੰਦੇ ਆ। ਸਾਡਾ ਤਾਂ ਪੰਥ ਸ਼ੁਰੂ ਹੀ ਧਰਮ ਤੋਂ ਹੁੰਦਾ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਤਾਂ ਮਤਲਬ ਕਿ ਅਕਾਲ ਤਖਤ ਸਾਹਿਬ ਤੋਂ ਸਾਡਾ ਕੰਮ ਸਟਾਰਟ ਹੁੰਦਾ। ਬੇਅਦਬੀ ਕਰਾਉਣੀ ਤਾਂ ਦੂਰ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਬੇਅਦਬੀ ਬਾਰੇ। ਸੋਚ ਜਿਹੜੀ ਹੁੰਦੀ ਨਾ, ਸੋਚ ਤਾਂ ਉਹ ਵੀ ਨਹੀਂ ਸਕਦੇ ਵੀ ਅਸੀਂ ਕਦੇ ਬੇਅਦਬੀ ਕਰਾ ਦਾਂਗੇ। ਗਿੱਦੜਬਾਹ 'ਚ ਢਿੱਲੋਂ ਸਾਹਿਬ ਪਰਚਿਆਂ ਦੀ ਰਾਜਨੀਤੀ ਬੜੀ ਚੱਲਦੀ ਆਈ ਹੈ ਪਹਿਲਾਂ ਵੀ। ਤਾਂ ਮੰਤਰੀ ਸਾਹਿਬ ਵੀ ਬਿਆਨ ਦਿੰਦੇ ਕਿ ਤੀਜੀ ਵਾਰ ਅਸੀਂ ਆ ਕੇ ਤਾਂ ਬਾਦਲਾਂ ਦੀਆਂ ਜਿਹੜੀਆਂ ਆਵਾਜ਼ਾਂ, ਜਿਹੜੀਆਂ ਚੀਕਾਂ ਅਸੀਂ ਬੰਦ ਕਰ ਦਾਂਗੇ ਹਨਾ। ਤਾਂ ਢਿੱਲੋਂ ਸਾਹਿਬ ਆਉਂਦੇ ਆ ਤਾਂ ਪਰਚਿਆਂ ਦੀ ਰਾਜਨੀਤੀ ਚੱਲੂ ਜਾਂ ਬੰਦ ਹੋਊਗੀ? ਨਹੀਂ ਸਰ, ਮੇਰਾ ਤੁਸੀਂ ਪਹਿਲਾਂ ਵਾਲਾ ਜਿਹੜਾ 4 ਸਾਲ ਮੈਂ ਇੱਥੋਂ ਦਾ ਹਲਕਾ ਇੰਚਾਰਜ ਵੀ ਕਹਿ ਦਿੰਦੇ ਆ, ਸੇਵਾਦਾਰ ਵੀ ਕਹਿ ਲਓ। ਮੈਂ ਹਲਕਾ ਇੰਚਾਰਜ ਨਹੀਂ, ਮੈਂ ਸੇਵਾਦਾਰ ਕਹਿਣਾ। ਕਿਸੇ ਪਿੰਡ 'ਚ ਮੇਰੇ ਬੰਦੇ ਤੋਂ ਇਲਾਵਾ ਤੁਸੀਂ ਕਾਂਗਰਸ ਪਾਰਟੀ ਵਾਲੇ ਕੋਲੇ ਚਲੇ ਜਾਓ ਵੀ ਤੁਹਾਡੇ ਤੇ ਕੋਈ ਢਿੱਲੋਂ ਸਾਹਿਬ ਨੇ ਪਰਚੇ ਦਰਜ ਕਰਾਏ ਆ, ਤੁਹਾਨੂੰ ਉਹੀ ਕਹਿਣਗੇ ਵੀ ਨਹੀਂ ਕਰਾਏ ਜੀ। ਮੇਰੀ ਇਹ ਆਦਤ ਹੀ ਨਹੀਂ, ਕਿਉਂਕਿ ਜਦੋਂ ਆਪਦੇ ਤੇ ਪੈਂਦੀ ਆ ਨਾ ਜੀ, ਬੰਦੇ ਨੂੰ ਪੀੜਾ ਫੇਰ ਪਤਾ ਲੱਗਦੀ ਆ। ਐਵੇਂ ਤੁਸੀਂ ਨਜਾਇਜ਼ ਕਿਸੇ ਤੇ ਪਰਚੇ ਕਰਾਈ ਜਾਓ, ਕਿਸੇ ਨੂੰ ਟੌਰਚਰ ਕਰੀ ਜਾਓ, ਇਹ ਭਾਈ ਸਾਹਿਬ ਦੇਣੀਆਂ ਪੈਂਦੀਆਂ। ਆਖਿਰ 'ਚ ਢਿੱਲੋਂ ਸਾਹਿਬ ਹਲਕੇ ਦੇ ਜਿਹੜੇ ਵੋਟਰਾਂ ਨੂੰ ਕੀ ਅਪੀਲ ਕਰੋਗੇ? ਕੀ ਸੋਚ ਕੇ ਤੁਹਾਨੂੰ ਜਿਹੜੀ ਵੋਟਿੰਗ ਉਹ ਕਰਨ? ਦੇਖੋ ਜੀ, ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਦ ਤੱਕ ਸਿਆਸਤ ਦੇ ਵਿੱਚ ਰਹੂੰਗਾ, ਤੁਹਾਡਾ ਨਿਮਾਣਾ ਸੇਵਕ ਬਣ ਕੇ, ਤੁਹਾਡੇ ਚਰਨਾਂ ਦੀ ਧੂੜ ਬਣ ਕੇ ਸੇਵਾ ਕਰੂੰਗਾ। ਕਦੇ ਹੰਕਾਰ ਨਹੀਂ ਲੈ ਕੇ ਆਊਂਗਾ, ਕਿਉਂਕਿ ਮੇਰੀ ਜਾੜਾ ਜਿਹੜੀ ਉਹ ਤੁਹਾਡੇ ਚਰਨਾਂ 'ਚ ਆ। ਤੇ ਮੈਨੂੰ ਨਹੀਂ ਕਹੂੰਗਾ ਕਿ ਤੁਸੀਂ ਆਪ ਦਾ MLA ਬਣਾਉਣਾ, ਤੁਸੀਂ ਸਾਰਿਆਂ ਨੇ MLA ਬਣਨਾ। ਇਸ ਕਰਕੇ ਮੈਨੂੰ ਵੋਟਾਂ ਪਾਓ ਤਾਂ ਕਿ ਆਪਾਂ ਸਾਰੇ MLA ਬਣ ਸਕੀਏ, ਸਾਰੇ ਆਪਾਂ ਇਸ ਜੋ ਅਕਾਲੀ ਦਲ ਦੀ ਸਰਕਾਰ ਦਾ ਆਨੰਦ ਮਾਣ ਸਕੀਏ ਸਾਰੇ। ਮੈਂ ਤਾਂ ਵਿੱਚੇ ਕਾਂਗਰਸੀ ਨੂੰ ਵੀ ਅਪੀਲ ਕਰਦਾ ਵੀ ਮਾੜਾ ਜਿਹਾ ਕੰਪੇਅਰ ਕਰ ਲਓ ਵੀ ਤੁਹਾਡੇ ਰਾਜ ਸੌਖੇ ਸੀ ਕਿ ਜਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸੌਖੇ ਸੀ। ਇਸ ਕਰਕੇ ਤੁਸੀਂ ਸਾਨੂੰ ਸਾਰੇ ਜਣੇ ਰਲ ਮਿਲ ਕੇ ਵੋਟਾਂ ਪਾਓ। ਸਾਰਿਆਂ ਦੇ ਸਹਿਯੋਗ ਨਾਲ ਹੀ ਬੰਦਾ ਬਣ ਸਕਦਾ ਜੀ। ਧੰਨਵਾਦ ਜੀ ਸਰ, ਥੈਂਕ ਯੂ ਸਰ।